ਇੰਤਕਾਲ ਕਿੰਨਾ ਕੁ ਜ਼ਰੂਰੀ ਹੁੰਦਾ ਹੈ, ਕੀ ਮਹੱਤਵ ਹੈ ਜ਼ਮੀਨ ਜਾਇਦਾਦ ਦੇ ਵਿੱਚ? ਧਰਮਿੰਦਰ ਜੀ, ਇੰਤਕਾਲ ਇੱਕ ਅਜਿਹੀ ਚੀਜ਼ ਹੈ ਜਿਸ ਦੇ ਬਿਨਾ ਕੋਈ ਵੀ ਵਿਅਕਤੀ ਕਿਸੇ ਜਾਇਦਾਦ ਦਾ ਮਾਲਕ ਨਹੀਂ ਬਣ ਸਕਦਾ। ਤੁਸੀਂ ਰਜਿਸਟਰੀ ਕਰਾ ਲਈ, ਇੰਤਕਾਲ ਨਹੀਂ ਕਰਾਇਆ, ਅਜਿਹਾ ਕਰਨ ਨਾਲ ਤੁਸੀਂ ਉਹਦੇ ਮਾਲਕ ਨਹੀਂ ਬਣਦੇ। ਤੁਸੀਂ ਇੰਤਕਾਲ ਨਹੀਂ ਕਰਾਉਂਦੇ, ਤੁਹਾਡਾ ਨਾਮ ਇੰਤਕਾਲ ਦੇ ਵਿੱਚ ਜਮ੍ਹਾਂਬੰਦੀ 'ਚ ਦਰਜ ਨਹੀਂ ਹੁੰਦਾ, ਉਦੋਂ ਤੱਕ ਤੁਸੀਂ ਮਾਲਕ ਨਹੀਂ ਮੰਨੇ ਜਾ ਸਕਦੇ। ਇਸ ਲਈ ਰਜਿਸਟਰੀ ਨਾਲੋਂ ਬਹੁਤ ਜ਼ਿਆਦਾ ਮਹੱਤਵ ਜਿਹੜਾ ਹੈਗਾ ਉਹ ਇੰਤਕਾਲ ਦਾ ਹੈ। ਜੇ ਨਹੀਂ ਹੁੰਦਾ ਤਾਂ ਬਾਅਦ 'ਚ ਪ੍ਰੋਬਲਮ ਖਰੀਦਣ ਵਾਲੇ ਨੂੰ ਆਉਂਦੀ ਹੈ, ਕਿਉਂਕਿ ਵੇਚਣ ਵਾਲਾ ਉਸ ਚੀਜ਼ ਨੂੰ ਦੁਬਾਰਾ ਵੇਚ ਸਕਦਾ ਹੈ। ਉਹਦੇ ਨਾਮ 'ਤੇ ਖੜੀ ਆ ਰੈਵਨਿਊ ਕਾਰਡ, ਉਹ ਦੁਬਾਰਾ ਫਿਰ ਵੇਚ ਦੇਗਾ। ਇੰਤਕਾਲ ਤੋਂ ਬਿਨਾ ਜਿਹੜੀ ਅਚਲ ਸੰਪਤੀ ਹੈ ਤੁਸੀਂ ਉਹਦੇ ਮਾਲਕ ਨਹੀਂ ਬਣ ਸਕਦੇ। ਆਲੂਵਾਲੀ ਸਾਹਿਬ, ਕਈ ਵਾਰ ਦੇਖਿਆ ਜਾਂਦਾ ਹੈ ਕਿ ਰਜਿਸਟਰੀਆਂ ਹੋ ਜਾਂਦੀਆਂ ਨੇ, ਇੰਤਕਾਲ ਨਹੀਂ ਹੁੰਦਾ ਤਾਂ ਬੰਦੇ ਨੂੰ ਅਚਾਨਕ ਯਾਦ ਆਉਂਦਾ 10-12 ਸਾਲਾਂ ਬਾਅਦ ਕਿ ਇੰਤਕਾਲ ਤਾਂ ਮੈਂ ਦਰਜ ਹੀ ਨਹੀਂ ਕਰਵਾਇਆ, ਚੜਵਾਇਆ ਹੀ ਨਹੀਂ, ਤਾਂ ਉਹਦਾ ਕੀ ਪ੍ਰੋਸੀਜਰ ਹੈ? ਕੀ ਦੁਬਾਰਾ ਇੰਤਕਾਲ ਚੜਾਇਆ ਜਾ ਸਕਦਾ ਹੈ? ਹਾਂ, ਇੰਤਕਾਲ ਕਰਾਉਣ ਦੀ ਕੋਈ ਮਿਆਦ ਨਹੀਂ ਹੈ। ਤੁਸੀਂ 10 ਦਿਨਾਂ ਬਾਅਦ ਵੀ ਕਰਾ ਸਕਦੇ ਹੋ, ਤੁਸੀਂ 10 ਸਾਲ ਬਾਅਦ ਵੀ ਕਰਾ ਸਕਦੇ ਹੋ, ਤੁਸੀਂ 20 ਸਾਲ ਬਾਅਦ ਵੀ ਕਰਾ ਸਕਦੇ ਹੋ। ਤੇ ਕਈ ਵਾਰ ਆਲੂਵਾਲੀ ਸਾਹਿਬ ਬੜੀ ਦਿੱਕਤ ਆ ਜਾਂਦੀ ਹੈ, ਰਜਿਸਟਰੀ ਹੋ ਜਾਂਦੀ ਹੈ, ਸਾਰਾ ਕੁਝ ਹੋ ਜਾਂਦਾ, ਇੰਤਕਾਲ ਗਲਤ ਚੜ ਜਾਂਦਾ ਹੈ। ਕਿ ਗਲਤ ਚੜੇ ਹੋਏ ਇੰਤਕਾਲ ਨੂੰ ਵੀ ਦਰੁਸਤ ਕਰਵਾਇਆ ਜਾ ਸਕਦਾ ਹੈ? ਪੈਰਾ 7(2) ਦੇ 7(29) ਅਨੁਸਾਰ ਤੁਸੀਂ ਫਰਦ ਬਦਲ ਬਣਵਾ ਸਕਦੇ ਹੋ। ਸਤਿ ਸ਼੍ਰੀ ਅਕਾਲ। ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ.com ਕਾਨੂੰਨ ਜਾਇਦਾਦ ਦਾ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ। ਇਸ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਜਾਂਦੀ ਹੈ ਜ਼ਮੀਨ ਜਾਇਦਾਦ ਦੇ ਨਾਲ ਜੁੜੇ ਹੋਏ ਮਸਲਿਆਂ ਦੀ ਕਿ ਕੀ ਪਰੇਸ਼ਾਨੀਆਂ ਆਉਂਦੀਆਂ ਨੇ ਜਦੋਂ ਅਸੀਂ ਜ਼ਮੀਨ ਖਰੀਦਦੇ ਹਾਂ ਜਾਂ ਵੇਚਦੇ ਹਾਂ, ਕੀ ਹੁੰਦੀ ਆ ਉਹਦੇ ਵਿੱਚ ਕਾਰਵਾਈ, ਕੀ ਹੁੰਦੀ ਆ, ਕਾਨੂੰਨ ਕੀ ਆ, ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਚਰਚਾ ਕੀਤੀ ਜਾਂਦੀ ਹੈ। ਚਰਚਾ ਦਾ ਹਿੱਸਾ ਬਣਦੇ ਨੇ ਸਾਡੇ ਨਾਲ ਰਿਟਾਇਰਡ ਨਾਇਬ ਤਹਿਸੀਲਦਾਰ ਗੁਰਪ੍ਰਤਾਪ ਸਿੰਘ ਆਲੂਵਾਲੀਆ ਸਾਹਿਬ ਅੱਜ ਵੀ ਸਾਡੇ ਨਾਲ ਮੌਜੂਦ ਹੈ ਤੇ ਅੱਜ ਨਵੀਂ ਚਰਚਾ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਆਲੂਵਾਲੀਆ ਸਾਹਿਬ, ਸਵਾਗਤ ਹੈ ਜੀ। ਆਲੂਵਾਲੀਆ ਸਾਹਿਬ, ਚਰਚਾ ਕਰਾਂਗੇ ਅੱਜ ਇੰਤਕਾਲ ਦੀ। ਇੰਤਕਾਲ ਦਾ ਇੱਕ ਖਾਨਾ ਬਣਿਆ ਹੁੰਦਾ ਹੈ, ਜਦੋਂ ਅਸੀਂ ਫਰਦ ਜਾਂ ਜਮ੍ਹਾਂਬੰਦੀ ਕਢਵਾਉਂਦੇ ਹਾਂ ਤਾਂ ਉਹਦੇ ਵਿੱਚ ਇੰਤਕਾਲ ਲਿਖਿਆ ਹੁੰਦਾ ਕਿ ਇੰਤਕਾਲ ਚੜ੍ਹ ਚੁੱਕਿਆ ਹੈ। ਇੰਤਕਾਲ ਕਿੰਨਾ ਕੁ ਜ਼ਰੂਰੀ ਹੈ, ਇਹਦੇ ਉੱਤੇ ਚਰਚਾ ਕਰਾਂਗੇ। ਇੰਤਕਾਲ ਕਿੰਨਾ ਕੁ ਜ਼ਰੂਰੀ ਹੁੰਦਾ ਹੈ, ਕੀ ਮਹੱਤਵ ਹੈ ਜ਼ਮੀਨ ਜਾਇਦਾਦ ਦੇ ਵਿੱਚ ਇਹਦਾ? ਧਰਮਿੰਦਰ ਜੀ, ਇੰਤਕਾਲ ਇੱਕ ਅਜਿਹੀ ਚੀਜ਼ ਹੈ ਜਿਸ ਦੇ ਬਿਨਾ ਕੋਈ ਵੀ ਵਿਅਕਤੀ ਕਿਸੇ ਜਾਇਦਾਦ ਦਾ ਮਾਲਕ ਨਹੀਂ ਬਣ ਸਕਦਾ ਜੀ। ਜੋ ਰੈਵਨਿਊ ਰਿਕਾਰਡ ਦੇ ਵਿੱਚ ਭਾਵ ਜਮ੍ਹਾਂਬੰਦੀ ਵਿੱਚ ਇੰਦਰਾਜ ਹੈ ਜੀ। ਮੰਨ ਲਓ ਅਵਤਾਰ ਸਿੰਘ ਪੁੱਤਰ ਗਹਿਣਾ ਸਿੰਘ ਨੇ ਜ਼ਮੀਨ ਵੇਚੀ, ਜਮ੍ਹਾਂਬੰਦੀ 'ਚੋਂ ਮਾਲਕ ਹੈ। ਤੁਸੀਂ ਰਜਿਸਟਰੀ ਕਰਾ ਲਈ, ਇੰਤਕਾਲ ਨਹੀਂ ਕਰਾਇਆ, ਅਜਿਹਾ ਕਰਨ ਨਾਲ ਤੁਸੀਂ ਉਹਦੇ ਮਾਲਕ ਨਹੀਂ ਬਣੇ ਜੀ। ਜਦੋਂ ਤੱਕ ਤੁਸੀਂ ਇੰਤਕਾਲ ਨਹੀਂ ਕਰਾਉਂਦੇ, ਤੁਹਾਡਾ ਨਾਮ ਇੰਤਕਾਲ ਦੇ ਵਿੱਚ ਜਮ੍ਹਾਂਬੰਦੀ 'ਚ ਦਰਜ ਨਹੀਂ ਹੁੰਦਾ, ਉਦੋਂ ਤੱਕ ਤੁਸੀਂ ਮਾਲਕ ਨਹੀਂ ਮੰਨੇ ਜਾ ਸਕਦੇ। ਇਸ ਲਈ ਰਜਿਸਟਰੀ ਨਾਲੋਂ ਬਹੁਤ ਜ਼ਿਆਦਾ ਮਹੱਤਵ ਜਿਹੜਾ ਹੈਗਾ ਉਹ ਇੰਤਕਾਲ ਦਾ ਹੈ ਜੀ। ਰਜਿਸਟਰੀ ਤੋਂ ਉਪਰੰਤ ਇੰਤਕਾਲ ਕਰਾਉਣਾ ਸਾਡੀ ਜ਼ਿੰਮੇਵਾਰੀ ਹੈ, ਸਾਡਾ ਫਰਜ਼ ਹੈ, ਤਾਂ ਕਿ ਰੈਵਨਿਊ ਰਿਕਾਰਡ ਜਿਹੜਾ ਹੈਗਾ ਅਪਡੇਟ ਹੁੰਦਾ ਰਹੇ। ਜੇ ਨਹੀਂ ਹੁੰਦਾ ਤਾਂ ਬਾਅਦ 'ਚ ਪ੍ਰੋਬਲਮ ਖਰੀਦਣ ਵਾਲੇ ਨੂੰ ਆਉਂਦੀ ਹੈ ਜੀ, ਕਿਉਂਕਿ ਵੇਚਣ ਵਾਲਾ ਉਸ ਚੀਜ਼ ਨੂੰ ਦੁਬਾਰਾ ਵੇਚ ਸਕਦਾ ਹੈ। ਉਹਦੇ ਨਾਮ 'ਤੇ ਖੜੀ ਆ ਉਹ ਰੈਵਨਿਊ ਰਿਕਾਰਡ 'ਚ ਜੀ, ਉਹ ਦੁਬਾਰਾ ਫਿਰ ਵੇਚ ਦੇਗਾ ਜੀ। ਤੇ ਇੰਤਕਾਲ ਦਾ ਕਿੰਨਾ ਕੁ ਸਮਾਂ ਹੁੰਦਾ ਹੈ? ਰਜਿਸਟਰੀ ਤੋਂ ਕਿੰਨੇ ਕੁ ਦਿਨਾਂ ਦੇ ਵਿੱਚ ਇੰਤਕਾਲ ਹੋ ਜਾਣਾ ਚਾਹੀਦਾ ਹੈ?
ਇੰਤਕਾਲ ਦੇਖੋ ਸਿਰਫ ਰਜਿਸਟਰੀ ਦਾ ਹੀ ਨਹੀਂ ਹੁੰਦਾ। ਇੰਤਕਾਲ ਜਿਹੜਾ ਹੁੰਦਾ, ਤੁਸੀਂ ਜਗ੍ਹਾ ਵੇਚੀ ਹੈ ਉਹਦਾ ਵੀ ਇੰਤਕਾਲ ਹੋਣਾ ਜੀ, ਤੁਸੀਂ ਗਹਿਣੇ ਕੀਤੀ ਹੈ ਉਹਦਾ ਵੀ ਇੰਤਕਾਲ ਹੋਣਾ ਜੀ, ਤੁਸੀਂ ਲੰਬੀ ਲੀਜ਼ ਤੇ ਦਿੱਤੀ ਹੈ ਉਹਦਾ ਵੀ ਇੰਤਕਾਲ ਹੋਣਾ ਜੀ। ਜੇ ਕੋਈ ਬੰਦਾ ਮਰ ਗਿਆ ਉਹਦੀ ਵੀ ਵਿਰਾਸਤ ਦਾ ਇੰਤਕਾਲ ਹੋ ਕੇ ਹੀ ਉਹਦੇ ਵਾਰਸਾਂ ਦੇ ਨਾਮ ਤੇ ਜਿਹੜੀ ਜਗ੍ਹਾ ਜਾਣੀ ਹੈ। ਤੁਸੀਂ ਤਕਸੀਮ ਕਰਾਈ ਹੈ ਜੀ, ਚਾਹੇ ਚਾਹੇ ਆਪਣੀ ਰਜਾਮੰਦੀ ਨਾਲ ਕਰਾਈ ਹੈ ਜਾਂ ਤਹਿਸੀਲਦਾਰ ਦੀ ਅਦਾਲਤ 'ਚ ਜਾ ਕੇ ਕਰਾਈ ਹੈ, ਉਸ ਦਾ ਵੀ ਤਕਸੀਮ ਦਾ ਇੰਤਕਾਲ ਹੋਣਾ। ਤੁਸੀਂ ਕਿਸੇ ਜਾਇਦਾਦ ਦਾ ਤਬਾਦਲਾ ਕੀਤਾ ਜੀ, ਮੰਨ ਲਓ ਤੁਸੀਂ ਆਪਣੇ ਮਕਾਨ ਦਾ ਤਬਾਦਲਾ ਕਿਸੇ ਜ਼ਮੀਨ ਨਾਲ ਕਰ ਲਿਆ, ਫਿਰ ਵੀ ਇੰਤਕਾਲ ਹੋਣਾ ਜੀ, ਠੀਕ ਹੈ। ਕੋਈ ਅਦਾਲਤ ਨੇ ਫੈਸਲਾ ਕਰਤਾ ਕਿਸੇ ਕੇਸ ਦੇ ਵਿੱਚ ਵੀ ਇਹ ਜ਼ਮੀਨ ਫਲਾਣੇ ਨੂੰ ਦਿੱਤੀ ਜਾਂਦੀ ਹੈ, ਫਲਾਣੇ ਨੂੰ ਦਿੱਤੀ ਜਾਂਦੀ ਹੈ, ਉਹਦਾ ਵੀ ਇੰਤਕਾਲ ਹੋਣਾ ਜੀ, ਠੀਕ ਹੈ। ਬੈਂਕ ਵੱਲੋਂ ਕੋਈ ਸੇਲ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਅਚਲ ਜਾਇਦਾਦ ਦਾ, ਉਹਦਾ ਵੀ ਇੰਤਕਾਲ ਹੋਣਾ ਜੀ। ਇਸ ਤਰ੍ਹਾਂ ਇੰਤਕਾਲ ਤੋਂ ਬਿਨਾ ਜਿਹੜੀ ਅਚਲ ਸੰਪਤੀ ਹੈ ਤੁਸੀਂ ਉਹਦੇ ਮਾਲਕ ਨਹੀਂ ਬਣ ਸਕਦੇ ਜੀ। ਆਲੂਵਾਲੀ ਸਾਹਿਬ, ਕਈ ਵਾਰ ਦੇਖਿਆ ਜਾਂਦਾ ਹੈ ਕਿ ਰਜਿਸਟਰੀਆਂ ਹੋ ਜਾਂਦੀਆਂ ਨੇ, ਇੰਤਕਾਲ ਨਹੀਂ ਹੁੰਦਾ ਤਾਂ ਬੰਦੇ ਨੂੰ ਅਚਾਨਕ ਯਾਦ ਆਉਂਦਾ 10-12 ਸਾਲਾਂ ਬਾਅਦ ਕਿ ਇੰਤਕਾਲ ਤਾਂ ਮੈਂ ਦਰਜ ਹੀ ਨਹੀਂ ਕਰਵਾਇਆ, ਚੜਵਾਇਆ ਹੀ ਨਹੀਂ, ਤਾਂ ਉਹਦਾ ਕੀ ਪ੍ਰੋਸੀਜਰ ਆ? ਕੀ ਦੁਬਾਰਾ ਇੰਤਕਾਲ ਚੜਾਇਆ ਜਾ ਸਕਦਾ ਹੈ? ਹਾਂ, ਇੰਤਕਾਲ ਕਰਾਉਣ ਦੀ ਕੋਈ ਮਿਆਦ ਨਹੀਂ ਹੈ। ਤੁਸੀਂ 10 ਦਿਨਾਂ ਬਾਅਦ ਵੀ ਕਰਾ ਸਕਦੇ ਹੋ, ਤੁਸੀਂ 10 ਸਾਲ ਬਾਅਦ ਵੀ ਕਰਾ ਸਕਦੇ ਹੋ, ਤੁਸੀਂ 20 ਸਾਲ ਬਾਅਦ ਵੀ ਕਰਾ ਸਕਦੇ ਹੋ ਜੀ। ਪਰ ਸ਼ਰਤ ਇਹ ਹੈ ਕਿ ਜਿਸ ਵਿਅਕਤੀ ਨੇ ਜਗ੍ਹਾ ਵੇਚੀ ਹੈ ਉਹਦੇ ਨਾਮ ਤੇ ਜਗ੍ਹਾ ਬਚਦੀ ਹੋਣੀ ਚਾਹੀਦੀ ਹੈ ਜੀ। ਇਹ ਨਾ ਹੋਵੇ ਤੁਹਾਨੂੰ ਰਜਿਸਟਰੀ ਕਰਾਉਣ ਤੋਂ ਬਾਅਦ, ਜਿਵੇਂ ਪਹਿਲਾਂ ਦੱਸਿਆ, ਉਹ ਦੁਬਾਰਾ ਫੇਰ ਵੇਚ ਗਿਆ ਹੋਵੇ ਜੀ। ਜੇ ਉਹਦੇ ਨਾਮ ਤੇ ਜ਼ਮੀਨ ਖੜੀ ਹੈ ਤਾਂ ਬੜਾ ਸੌਖੇ ਤਰੀਕੇ ਨਾਲ ਤੁਸੀਂ ਇੰਤਕਾਲ ਕਰਾ ਸਕਦੇ ਹੋ। ਪਰ ਜੇ ਤੁਸੀਂ ਉਹਦੇ ਨਾਮ ਨਹੀਂ ਵੀ ਹੈ ਜਗ੍ਹਾ, ਉਹਨੇ ਆਪਣੇ ਹਿੱਸੇ ਤੋਂ ਵੱਧ ਜਗ੍ਹਾ ਵੇਚਤੀ ਜੀ, ਤੁਹਾਨੂੰ ਵੇਚਤੀ, ਦੂਜਿਆਂ ਨੂੰ ਵੇਚਤੀ, ਤੀਜੇ ਨੂੰ ਵੇਚਤੀ, ਉਸ ਦਾ ਫਿਰ ਪ੍ਰੋਸੀਜਰ ਹੈ ਕਿ ਤਹਿਸੀਲਦਾਰ ਜਾਂ ਨਾਇਬ ਤਹਿਸੀਲਦਾਰ ਜਿਹੜਾ ਵੀ ਸਰਕਲ ਰੈਵਨਿਊ ਅਫਸਰ ਹੈ, ਉਹ ਇਸ ਦੀ ਮਨਜ਼ੂਰੀ ਜਿਹੜੀ ਹੈਗੀ ਹੈ ਕਲੈਕਟਰ ਤੋਂ ਲੈਂਦਾ ਜੀ। ਇਹ ਕੇਸ SDM ਦੇ ਰਾਹੀਂ ਕਲੈਕਟਰ ਨੂੰ ਭੇਜਿਆ ਜਾਂਦਾ ਕਿ ਇਸ ਵਿਅਕਤੀ ਨੇ ਫਲਾਂ ਸੰਨ 'ਚ ਰਜਿਸਟਰੀ ਕਰਾਈ ਸੀ, ਉਸ ਤੋਂ ਬਾਅਦ ਹੋਰ ਰਜਿਸਟਰੀਆਂ ਹੋ ਗਈਆਂ ਜੀ ਜਿਨ੍ਹਾਂ ਦੇ ਇੰਤਕਾਲ ਹੋ ਗਏ ਪਰ ਇਸ ਵਿਅਕਤੀ ਦਾ ਇੰਤਕਾਲ ਨਹੀਂ ਹੋਇਆ ਜੀ, ਤਾਂ ਉਹ ਕਲੈਕਟਰ ਦੀਆਂ ਪਾਵਰਾਂ 'ਚ ਆ ਜਾਂਦਾ ਹੈ। ਕਲੈਕਟਰ ਫਿਰ ਜਿਹੜੇ ਅਖੀਰਲੇ ਇੰਤਕਾਲ ਹੈਗੇ ਆ ਜਾਂ ਅਖੀਰਲੀਆਂ ਰਜਿਸਟਰੀਆਂ ਦੇ ਜਿਹੜੇ ਇੰਤਕਾਲ ਹੋਏ ਆ ਜੀ, ਸਭ ਤੋਂ ਬਾਅਦ 'ਚ ਹੋਈਆਂ ਜਿਹੜੀ ਰਜਿਸਟਰੀਆਂ, ਉਹਨਾਂ ਦੇ ਇੰਤਕਾਲ ਨੂੰ ਰਿਵਿਊ ਕਰਕੇ ਕੈਂਸਲ ਕਰਨ ਦੇ ਹੁਕਮ ਦੇ ਸਕਦਾ ਹੈ ਅਤੇ ਤੁਹਾਡਾ ਇੰਤਕਾਲ ਜਿਹੜਾ ਹੈਗਾ ਉਹ ਦਰਜ ਕਰਕੇ ਪ੍ਰਵਾਨ ਕਰਨ ਦੇ ਹੁਕਮ ਦੇ ਸਕਦਾ। ਮਤਲਬ ਕਹਿਣ ਦਾ ਮਤਲਬ ਇਹ ਹੋਇਆ ਕਿ ਜਿਹੜੇ ਬੰਦੇ ਦੇ ਨਾਮ ਦੇ ਉੱਤੇ ਪਹਿਲਾਂ ਰਜਿਸਟਰੀ ਹੋਈ ਹੈ ਉਸ ਜ਼ਮੀਨ ਦੀ, ਉਹੀ ਇੰਤਕਾਲ ਜਿਹੜਾ ਉਹਦੇ 'ਤੇ ਚੜ੍ਹੇਗਾ, ਦੂਸਰੇ ਵਿੱਚ ਵਾਲੇ ਕੈਂਸਲ ਹੋ ਜਾਣਗੇ। ਹਾਂ ਜੀ, ਵਿੱਚ ਵਾਲੇ ਨਹੀਂ, ਅਖੀਰਲਾ ਜਿਹੜਾ ਹੋਏਗਾ, ਜਿਹੜੀ ਤੁਹਾਡਾ ਸਭ ਤੋਂ ਬਾਅਦ 'ਚ ਜਿਹੜੀ ਰਜਿਸਟਰੀ ਹੋ ਕੇ ਇੰਤਕਾਲ ਹੋਇਆ, ਜੇ ਤਾਂ ਇੱਕ ਰਜਿਸਟਰੀ ਦਾ ਇੰਤਕਾਲ ਕੈਂਸਲ ਕਰਕੇ ਤੁਹਾਡਾ ਰਕਬਾ ਪੂਰਾ ਹੁੰਦਾ ਜੀ, ਠੀਕ ਹੈ। ਜੇ ਇੱਕ ਤੋਂ ਵੱਧ ਕਰਨੇ ਪੈਂਦੇ ਤਾਂ ਉਹ ਵੀ ਕਲੈਕਟਰ ਕਰ ਸਕਦਾ ਜੀ। ਤੇ ਕਈ ਵਾਰ ਆਲੂਵਾਲੀ ਸਾਹਿਬ ਬੜੀ ਦਿੱਕਤ ਆ ਜਾਂਦੀ ਹੈ, ਰਜਿਸਟਰੀ ਹੋ ਜਾਂਦੀ ਹੈ, ਸਾਰਾ ਕੁਝ ਹੋ ਜਾਂਦਾ, ਇੰਤਕਾਲ ਗਲਤ ਚੜ੍ਹ ਜਾਂਦਾ ਹੈ। ਕਿ ਗਲਤ ਚੜ੍ਹੇ ਹੋਏ ਇੰਤਕਾਲ ਨੂੰ ਵੀ ਦਰੁਸਤ ਕਰਵਾਇਆ ਜਾ ਸਕਦਾ ਹੈ? ਹਾਂ, ਇਹ ਦੇਖੋ, ਲੈਂਡ ਰਿਕਾਰਡ ਮੈਨੂਅਲ ਜਿਹੜਾ ਹੈਗਾ ਉਹਦੇ 'ਚ ਵੱਖ-ਵੱਖ ਪੈਰੇ ਹੈ। ਪੈਰਾ 7/2 ਅਨੁਸਾਰ ਜੀ ਤੁਸੀਂ ਫਰਦ ਬਦਰ ਬਣਵਾ ਸਕਦੇ ਹੋ। ਫਰਦ ਬਦਰ ਬਣ ਕੇ ਜੇ ਕੋਈ ਕਲੈਰੀਕਲ ਮਿਸਟੇਕ ਹੈ ਜੀ ਤਾਂ ਉਸ ਦੀ ਦਰੁਸਤੀ ਜਿਹੜੀ ਹੈਗੀ ਆ ਉਹ ਤਹਿਸੀਲਦਾਰ ਆਪਣੇ ਪੱਧਰ 'ਤੇ ਕਰ ਸਕਦਾ ਜੀ। ਜੇ ਕੋਈ ਕਲੈਰੀਕਲ ਨਹੀਂ ਹੈ, ਕਾਨੂੰਨੀ ਉਹ ਹੈ, ਤਾਂ ਫਿਰ ਉਹਦੀ ਤਤੀਮਾ ਰਜਿਸਟਰੀ ਹੋ ਕੇ ਫਿਰ ਉਸ ਦੀ ਦਰੁਸਤੀ ਹੋ ਸਕਦੀ ਜੀ। ਤੇ ਕਈ ਵਾਰ ਆਲੂਵਾਲੀ ਸਾਹਿਬ ਦੇਖਿਆ ਜਾਂਦਾ ਹੈ ਕਿ ਇੰਤਕਾਲ ਗੁੰਮ ਹੀ ਹੋ ਜਾਵੇ, ਇੰਤਕਾਲ ਹੋਵੇ ਨਾ, ਕੋਈ ਕਾਪੀ ਨਾ ਬਚੇ, ਜਾਂ ਰੈਵਨਿਊ ਵਿਭਾਗ ਆ ਜਾਂ ਜਿਹੜਾ ਸੰਬੰਧਿਤ ਵਿਭਾਗ ਆ ਉਹਦੇ ਤੋਂ ਹੀ ਗੁੰਮ ਹੋ ਜਾਏ ਦਸਤਾਵੇਜ਼, ਉਹਦਾ ਰਿਕਾਰਡ ਖਰਾਬ ਹੋ ਜਾਏ, ਤਾਂ ਫਿਰ ਕੀ ਪ੍ਰੋਸੀਜਰ ਹੋਏਗਾ? ਹਾਂ, ਇਹ ਵੀ ਇੱਕ ਕਾਨੂੰਨੀ ਚਾਰਾਜੋਈ ਹੈ। ਜਦੋਂ ਇੰਤਕਾਲ ਗੁੰਮ ਹੁੰਦਾ ਤਾਂ ਉਹ ਆਮ ਤੌਰ 'ਤੇ ਪੜਤ ਸਰਕਾਰ ਗੁੰਮ ਹੁੰਦੀ ਹੈ।
ਕਿਉਂਕਿ ਪੜਤ ਪਟਵਾਰ ਤਾਂ ਪਟਵਾਰੀ ਦੇ ਰਜਿਸਟਰ 'ਚ ਪੱਕੇ ਤੌਰ ਤੇ ਲੱਗੀ ਹੁੰਦੀ ਆ ਜੀ, ਜਿਸ ਤੇ ਸ਼ਾਰਟ ਹੁਕਮ ਜਿਹੜਾ ਹੈਗਾ ਉਹ ਰੈਵਨਿਊ ਅਫਸਰ ਲਿਖਦਾ, ਮਨਜ਼ੂਰ ਹੈ ਜਾਂ ਨਾ ਮਨਜ਼ੂਰ ਹੈ ਜਾਂ ਮੁਤਨਾਜ਼ਾ ਕਰਤਾ। ਠੀਕ ਹੈ। ਜਿਹੜਾ ਡਿਟੇਲਡ ਹੁਕਮ ਹੁੰਦਾ ਉਹ ਪੜਤ ਸਰਕਾਰ ਤੇ ਹੁੰਦਾ, ਜਿਹੜੀ ਕਿ ਦਫ਼ਤਰ ਕਰਨੂ ਕੋਲ ਜਮ੍ਹਾਂ ਹੁੰਦੀ ਹੈ ਤੇ ਅਗਲੀ ਜਮ੍ਹਾਂਬੰਦੀ ਬਣਾਉਣ ਵੇਲੇ ਉਹ ਜਮ੍ਹਾਂਬੰਦੀ ਦੇ ਨਾਲ ਲੱਗ ਜਾਂਦਾ ਹੈ। ਜੀ, ਕਈ ਵਾਰੀ ਕਿਸੇ ਕਰਮਚਾਰੀ ਦੀ ਅਣਗਹਿਲੀ ਕਰਕੇ ਜਾਂ ਕੋਈ ਕੁਦਰਤੀ ਆਫਤ ਕਰਕੇ ਇਹ ਰਿਕਾਰਡ ਜਿਹੜਾ ਹੈਗਾ ਨਸ਼ਟ ਹੋ ਜਾਂਦਾ ਹੈ ਜਾਂ ਗੁੰਮ ਹੋ ਜਾਂਦਾ ਹੈ। ਜੀ, ਤਾਂ ਅਜਿਹੇ ਹਾਲਾਤ ਦੇ ਵਿੱਚ ਜਿਹੜੀ ਪਟਵਾਰੀ ਦੀ ਪੜਤ ਹੈ, ਪੜਤ ਪਟਵਾਰ ਜਿਹਨੂੰ ਕਹਿੰਦੇ ਹਾਂ ਅਸੀਂ, ਉਸ ਦੀ ਕਾਪੀ ਲਾ ਕੇ ਤਹਿਸੀਲਦਾਰ ਉਸ ਦਾ ਮੁਸੰਨਾ ਤਿਆਰ ਕਰਨ ਲਈ, ਮੁਸੰਨਾ ਹੁੰਦਾ ਇਨ ਬਿਨ, ਜੀ, ਇਨ ਬਿਨ ਇੰਤਕਾਲ ਤਿਆਰ ਕਰਨ ਲਈ ਕਲੈਕਟਰ ਨੂੰ ਮਨਜ਼ੂਰੀ ਲਈ ਭੇਜਦਾ। ਜੀ, ਕਲੈਕਟਰ ਫਿਰ ਆਪਣੇ ਕਾਰਨ ਦੇਖ ਕੇ ਅਗਰ ਜਾਇਜ਼ ਕਾਰਨ ਹੈਗੇ ਆ ਤਾਂ ਉਹ ਉਹਦੀ ਮਨਜ਼ੂਰੀ ਦੇ ਦਿੰਦੇ ਆ। ਜੀ, ਤੇ ਉਹਦੇ ਤੇ ਫਿਰ ਜੋ ਹੁਕਮ ਜੋ ਲਿਖਿਆ ਜਾਂਦਾ ਹੈ ਉਹੀ ਸ਼ਾਰਟ ਹੁਕਮ ਹੀ ਉਹਦੇ ਤੇ ਲਿਖਿਆ ਜਾਂਦਾ ਜੋ ਪੜਤ ਪਟਵਾਰ ਤੇ ਲਿਖਿਆ ਗਿਆ, ਡਿਟੇਲ ਹੁਕਮ ਨਹੀਂ ਲਿਖਿਆ ਜਾ ਸਕਦਾ। ਜੀ, ਆਲੂਵਾਲੇ ਸਾਹਿਬ ਤੁਸੀਂ ਬੜੇ ਸੌਖੇ ਤਰੀਕੇ ਦੇ ਨਾਲ ਦੱਸ ਦਿੱਤਾ ਹੈ। ਦਰਸ਼ਕ ਸਾਡੇ ਦੇਖ ਰਹੇ ਨੇ ਪ੍ਰੋਗਰਾਮ, ਦਰਸ਼ਕਾਂ ਨੂੰ ਦੱਸ ਦਈਏ ਕਿ ਇੰਤਕਾਲ ਬਾਰੇ ਅੱਜ ਸਾਡਾ ਪ੍ਰੋਗਰਾਮ ਅਸੀਂ ਕੀਤਾ ਹੈ। ਤਾਂ ਤੁਹਾਡੀ ਵੀ ਕੋਈ ਕੁਐਰੀ ਹੈ, ਤੁਸੀਂ ਵੀ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਜਾਂ ਇੰਤਕਾਲ ਨੂੰ ਲੈ ਕੇ ਤੁਹਾਡਾ ਕੋਈ ਮਸਲਾ ਉਲਝਿਆ ਹੋਇਆ ਹੈ, ਜਿਸ ਤਰ੍ਹਾਂ ਦੇ ਸਵਾਲ ਮੈਂ ਆਲੂਵਾਲੀਆ ਸਾਹਿਬ ਤੋਂ ਪੁੱਛਿਆ, ਤੁਹਾਡਾ ਵੀ ਕੋਈ ਅਜਿਹਾ ਸਵਾਲ ਹੈ, ਅਜਿਹਾ ਮਸਲਾ ਹੈ, ਤਾਂ ਤੁਸੀਂ ਸਕਰੀਨ ਦੇ ਉੱਤੇ ਦਿੱਤੇ ਹੋਏ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ, ਮੈਸੇਜ ਕਰ ਸਕਦੇ ਹੋ, WhatsApp ਕਰ ਸਕਦੇ ਹੋ, ਆਪਣਾ ਸਵਾਲ ਸਾਡੇ ਤੱਕ ਪਹੁੰਚਾ ਸਕਦੇ ਹੋ। ਕੋਸ਼ਿਸ਼ ਕਰਾਂਗੇ ਕਿ ਤੁਹਾਡਾ ਮਸਲਾ ਹੱਲ ਕੀਤਾ ਜਾਵੇ, ਤੁਹਾਡੇ ਇਸ ਮਸਲੇ ਦੀ ਕੋਈ ਨਾ ਕੋਈ ਜਿਹੜੀ ਆ ਚਾਰਾਜੋਈ ਹੋ ਜਾਏ ਤੇ ਜਿਹੜਾ ਤੁਹਾਡਾ ਉਲਝਿਆ ਹੋਇਆ ਮਸਲਾ ਹੈ ਉਹ ਸੁਲਝ ਜਾਵੇ। ਆਲੂਵਾਲੀਆ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਧੰਨਵਾਦ ਜੀ। ਸੋ ਦਰਸ਼ਕੋ, ਅੱਜ ਇੰਤਕਾਲ ਦੇ ਉੱਤੇ ਚਰਚਾ ਕੀਤੀ ਗਈ ਹੈ ਕਿ ਇੰਤਕਾਲ ਕਿੰਨਾ ਕੁ ਜ਼ਰੂਰੀ ਹੋ ਜਾਂਦਾ ਹੈ ਜਦੋਂ ਅਸੀਂ ਜ਼ਮੀਨ ਜਾਇਦਾਦ ਦੀ ਖਰੀਦ ਕਰਦੇ ਹਾਂ, ਰਜਿਸਟਰੀ ਵੀ ਕਰਵਾ ਲੈਂਦੇ ਹਾਂ, ਤਾਂ ਇੰਤਕਾਲ ਕਿੰਨਾ ਕੁ ਜ਼ਰੂਰੀ ਹੈ, ਕਿੰਨਾ ਕੁ ਮਹੱਤਵ ਆ ਜ਼ਮੀਨ ਜਾਇਦਾਦ ਦੇ ਕੰਮਾਂ ਦੇ ਵਿੱਚ ਇੰਤਕਾਲ ਦਾ, ਇਹਦੇ ਉੱਤੇ ਚਰਚਾ ਕੀਤੀ ਗਈ ਹੈ। ਸੋ ਇਸੇ ਤਰ੍ਹਾਂ ਅਗਲੇ ਪ੍ਰੋਗਰਾਮ ਦੇ ਵਿੱਚ ਹੋਰ ਚਰਚਾ ਲੈ ਕੇ ਹਾਜ਼ਰ ਹੋਵਾਂਗੇ। ਫਿਲਹਾਲ ਇਜਾਜ਼ਤ ਦਿਓ, ਧੰਨਵਾਦ।